ਵਿਆਹ ਵਾਲੀ ਰਾਤ ਮੈਂ ਦੁਲਹਨ ਬਣੀ ਬੈਠੀ ਹੋਈ ਸੀ। ਲਾਈਟ ਜਾਂਦੇ ਹੀ ਮੈਨੂੰ ਮੇਰੀ ਭਾਬੀ ਦੀ ਗੱਲ ਯਾਦ ਆ ਗਈ। ਉਸਨੇ ਕਿਹਾ ਸੀ ਕਿ ਤੂੰ ਆਪਣੇ ਆਪ ਨੂੰ ਪਸੀਨਾ ਨਾ ਆਉਣ ਦਈ। ਜੇ ਪਸੀਨਾ ਆ ਗਿਆ ਤਾਂ ਤੇਰਾ ਸਾਰਾ ਮੇਕਅਪ ਉਤਰ ਜਾਵੇਗਾ ਤੇ ਤੇਰਾ ਪਤੀ ਤੈਨੂੰ ਦੇਖ ਕੇ ਡਰ ਜਾਵੇਗਾ। ਲਾਈਟ ਜਾਂਦੇ ਹੀ ਮੈਂ ਇਹ ਸਭ ਸੋਚਣ ਤੋਂ ਬਾਅਦ ਘਬਰਾ ਗਈ, ਕਿਉਂਕਿ ਮੇਰਾ ਰੰਗ ਬਹੁਤ ਕਾਲਾ ਸੀ। ਗੈਰੀ ਨਾਲ ਮੇਰੀ ਮੁਲਾਕਾਤ ਫੇਸਬੁੱਕ ਤੇ ਹੋਈ ਸੀ। ਅਸੀਂ ਦੋਨੋਂ ਰੋਜ਼ ਫ਼ੋਨ ਤੇ ਗੱਲਾਂ ਕਰਦੇ ਕਰਦੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ। ਗੈਰੀ ਨੇ ਜਦੋਂ ਮੇਰੀ ਤਸਵੀਰ ਮੰਗੀ ਤਾਂ ਤਸਵੀਰ ਵਿੱਚ ਕਾਲਾ ਗੋਰਾ ਰੰਗ ਤਾਂ ਸਮਝ ਵਿੱਚ ਨਹੀਂ ਆਉਂਦਾ ਸੀ, ਪਰ ਮੇਰੇ ਨੈਣ ਨਕਸ਼ ਵਧੀਆ ਸੀ, ਇਸ ਕਰਕੇ ਮੇਰੀ ਫੋਟੋ ਵੀ ਵਧੀਆ ਆਉਂਦੀ ਸੀ। ਜਦੋਂ ਮੈਂ ਉਸਨੂੰ ਆਪਣੀ ਫੋਟੋ ਭੇਜੀ ਤਾਂ ਉਸਨੇ ਦੇਖਦੇ ਹੀ ਮੈਨੂੰ ਪਸੰਦ ਕਰ ਲਿਆ। ਕੁਝ ਟਾਈਮ ਬਾਅਦ ਹੀ ਮੇਰਾ ਵਿਆਹ ਹੋ ਗਿਆ। ਵਿਆਹ ਵਾਲੇ ਦਿਨ ਮੈਂ ਮਨ ਹੀ ਮਨ ਘਬਰਾ ਰਹੀ ਸੀ ਕਿ ਜਦੋਂ ਮੇਰਾ ਮੇਕਅਪ ਉਤਰ ਗਿਆ ਤਾਂ ਕਿਤੇ ਗੈਰੀ ਮੈਨੂੰ ਦੇਖਦੇ ਹੀ ਨਾ ਛੱਡ ਦੇਵੇ। ਇਸੇ ਕਰਕੇ ਲਾਈਟ ਜਾਂਦੇ ਹੀ ਮੈਂ ਘਬਰਾਹਟ ਦੀ ਵਜ੍ਹਾ ਕਰਕੇ ਬਾਥਰੂਮ ਵਿੱਚ ਚਲੀ ਗਈ, ਤਾਂ ਕਿ ਲਾਈਟ ਆਉਣ ਤੋਂ ਬਾਅਦ ਮੈਂ ਆਪਣਾ ਮੇਕਅਪ ਥੋੜ੍ਹਾ ਠੀਕ ਠਾਕ ਕਰ ਲਵਾਂਗੀ। ਥੋੜ੍ਹੀ ਦੇਰ ਬਾਅਦ ਲਾਈਟ ਆ ਗਈ ਤੇ ਮੈਂ ਬਾਥਰੂਮ ਵਿੱਚੋਂ ਨਿਕਲੀ। ਮੇਰੀ ਨਜ਼ਰ ਆਪਣੇ ਪਤੀ 'ਤੇ ਪਈ ਤਾਂ ਮੇਰੀ ਜਾਨ ਹੀ ਨਿਕਲ ਗਈ, ਕਿਉਂਕਿ ਉਹ ਤਾਂ ਇੱਕ ਮੇਰਾ ਨਾਮ ਜੀਤੀ ਹੈ। ਮੇਰਾ ਰੰਗ ਬਹੁਤ ਕਾਲਾ ਹੈ, ਇਸੇ ਕਰਕੇ ਮੇਰੇ ਲਈ ਜੋ ਵੀ ਰਿਸ਼ਤੇ ਆਉਂਦੇ ਮੇਰਾ ਕਾਲਾ ਰੰਗ ਦੇਖ ਕੇ ਨਾਮ ਪਸੰਦ ਕਰ ਜਾਂਦੇ। ਇਸ ਗੱਲ ਨੂੰ ਲੈ ਕੇ ਮੈਂ ਤੇ ਮੇਰੇ ਘਰ ਵਾਲੇ ਬਹੁਤ ਪਰੇਸ਼ਾਨ ਰਹਿੰਦੇ। ਆਖਰਕਾਰ ਮੇਰਾ ਵਿਆਹ ਹੋਏਗਾ ਕਿ ਨਹੀਂ। ਮੈਂ ਆਪਣੀਆਂ ਦੋਹਾਂ ਭੈਣਾਂ ਵਿੱਚੋਂ ਸਭ ਤੋਂ ਸਾਂਵਲੀ ਸੀ। ਮੇਰੀਆਂ ਦੋਨੋਂ ਭੈਣਾਂ ਮੇਰੇ ਤੋਂ ਛੋਟੀਆਂ, ਪਰ ਉਹਨਾਂ ਦਾ ਵਿਆਹ ਹੋ ਗਿਆ ਸੀ। ਮੇਰੀ ਸਾਂਵਲੀ ਸ਼ਕਲ ਕਰਕੇ ਕੋਈ ਵੀ ਲੜਕਾ ਮੈਨੂੰ ਪਸੰਦ ਨਹੀਂ ਕਰਦਾ ਸੀ। ਮੁੰਡੇ ਵਾਲੇ ਮੈਨੂੰ ਦੇਖਣ ਤਾਂ ਆਉਂਦੇ, ਪਰ ਮੇਰੀ ਸਾਂਵਲੀ ਸ਼ਕਲ ਸੂਰਤ ਕਰਕੇ ਮੇਰੇ ਮੂੰਹ 'ਤੇ ਹੀ ਮੈਨੂੰ ਜਵਾਬ ਦੇ ਜਾਂਦੇ। ਅਗਰ ਮੇਰੀ ਸਾਂਵਲੀ ਸ਼ਕਲ ਸੂਰਤ ਨਾ ਦੇਖੀ ਜਾਵੇ ਤਾਂ ਮੈਂ ਹਰ ਚੀਜ਼ ਵਿੱਚ ਅੱਗੇ ਸੀ। ਮੈਂ ਵਧੀਆ ਖਾਣਾ ਬਣਾ ਲੈਂਦੀ, ਪੜ੍ਹਨ ਵਿੱਚ ਵੀ ਠੀਕ ਸੀ, ਪਰ ਸਾਡੇ ਸਮਾਜ ਵਿੱਚ ਮੇਰੇ ਵਰਗੀਆਂ ਕੁੜੀਆਂ ਦੀ ਹਰ ਇੱਕ ਖੂਬੀ ਸਾਂਵਲੇ ਰੰਗ ਵਿੱਚ ਲੁਕ ਜਾਂਦੀ ਹੈ। ਲੜਕੇ ਵਾਲੇ ਮੇਰੇ ਮੂੰਹ 'ਤੇ ਹੀ ਜਵਾਬ ਦੇ ਜਾਂਦੇ ਤੇ ਕਹਿੰਦੇ ਕਿ ਜੇ ਛੋਟੀ ਬੇਟੀ ਦਾ ਰਿਸ਼ਤਾ ਕਰਨਾ ਹੈ ਤਾਂ ਦੱਸ ਦੇਵੋ। ਉਹ ਲੋਕ ਇਹ ਨਹੀਂ ਸੋਚਦੇ ਕਿ ਇਹ ਛੋਟੀ ਜਿਹੀ ਗੱਲ ਨਾਲ ਮੇਰੇ ਉੱਤੇ ਕੀ ਗੁਜ਼ਰੇਗੀ। ਮੁੰਡੇ ਵਾਲਿਆਂ ਦੇ ਜਾਂਦੇ ਹੀ ਮੈਂ ਬਹੁਤ ਰੋਂਦੀ, ਪਰ ਮੇਰੀ ਮਾਂ ਮੈਨੂੰ ਸਮਝਾਉਂਦੀ। ਹੌਲੀ ਹੌਲੀ ਸਮਾਂ ਗੁਜ਼ਰਦਾ ਗਿਆ ਤੇ ਮੇਰੀ ਵਿਆਹ ਵਾਲੀ ਉਮਰ ਵੀ ਲੰਘਣ ਲੱਗੀ। ਥੋੜ੍ਹੇ ਟਾਈਮ ਬਾਅਦ ਹੀ ਮੇਰੀਆਂ ਦੋ ਛੋਟੀਆਂ ਭੈਣਾਂ ਦਾ ਵਿਆਹ ਵੀ ਹੋ ਗਿਆ। ਮੇਰੇ ਘਰ ਵਾਲਿਆਂ ਨੇ ਤਾਂ ਮੇਰੇ ਵਿਆਹ ਦੀ ਉਮੀਦ ਹੀ ਛੱਡ ਦਿੱਤੀ ਸੀ, ਪਰ ਥੋੜ੍ਹੇ ਟਾਈਮ ਬਾਅਦ ਉਮੀਦ ਦੀ ਕਿਰਨ ਫਿਰ ਨਜ਼ਰ ਆਈ ਜਦੋਂ ਮੈਂ ਫੇਸਬੁੱਕ ਅਕਾਊਂਟ ਬਣਾਇਆ। ਫੇਸਬੁੱਕ ਅਕਾਊਂਟ 'ਤੇ ਮੇਰੀ ਮੁਲਾਕਾਤ ਗੈਰੀ ਨਾਲ ਹੋਈ। ਗੈਰੀ ਬਹੁਤ ਹੀ ਖੂਬਸੂਰਤ ਸੀ। ਮੈਂ ਫੇਸਬੁੱਕ ਉੱਤੇ ਉਸ ਦੀ ਤਸਵੀਰ ਦੇਖੀ। ਮੈਂ ਫੇਸਬੁੱਕ ਅਕਾਊਂਟ ਬਣਾਇਆ ਸੀ, ਪਰ ਉਸ ਦੇ ਵਿੱਚ ਮੇਰੇ ਨਾਮ ਤੋਂ ਇਲਾਵਾ ਕੁਝ ਨਹੀਂ ਸੀ। ਮੈਂ ਆਪਣੀ ਇੱਕ ਵੀ ਫੋਟੋ ਫੇਸਬੁੱਕ ਉੱਤੇ ਨਹੀਂ ਪਾਈ ਸੀ, ਪਰ ਜਦੋਂ ਮੈਂ ਗੈਰੀ ਨੂੰ ਫਰੈਂਡ ਰਿਕੁਐਸਟ ਭੇਜੀ ਤਾਂ ਉਸਨੇ ਐਕਸੈਪਟ ਕਰ ਲਈ। ਫਿਰ ਸਾਡੀ ਮੈਸੇਜ ਰਾਹੀਂ ਗੱਲ ਹੋਣ ਲੱਗੀ। ਉਸਨੇ ਮੇਰੀ ਤਸਵੀਰ ਮੰਗੀ। ਮੈਂ ਤਸਵੀਰ ਭੇਜਣ ਵਿੱਚ ਹਿਚਕਿਚਾਹਟ ਮਹਿਸੂਸ ਕਰ ਰਹੀ ਸੀ, ਪਰ ਜਦੋਂ ਗੈਰੀ ਨੇ ਜ਼ਿਆਦਾ ਜਿੱਦ ਕੀਤੀ ਤਾਂ ਮੈਂ ਮੋਬਾਈਲ ਦੀ ਮਦਦ ਨਾਲ ਫਿਲਟਰ ਲਾ ਕੇ ਭੇਜ ਦਿੱਤੀ। ਮੇਰੇ ਨੈਣ ਨਕਸ਼ ਬਹੁਤ ਵਧੀਆ ਸੀ, ਪਰ ਰੰਗ ਸਾਂਵਲਾ ਸੀ। ਮੇਰੀ ਤਸਵੀਰ ਦੇਖਦੇ ਹੀ ਗੈਰੀ ਮੇਰੀ ਤਾਰੀਫ ਕਰਨ ਲੱਗੇ। ਕੁਝ ਦਿਨਾਂ ਬਾਅਦ ਗੈਰੀ ਨੇ ਮੈਨੂੰ ਪ੍ਰਪੋਜ਼ ਕਰ ਦਿੱਤਾ। ਮੈਂ ਤਾਂ ਇਹੀ ਚਾਹੁੰਦੀ ਸੀ। ਉਸਨੇ ਕਿਹਾ, ਮੈਂ ਇਸ ਤਰ੍ਹਾਂ ਫ਼ੋਨ 'ਤੇ ਤੇਰੇ ਨਾਲ ਗੱਲਾਂ ਨਹੀਂ ਮਾਰ ਸਕਦਾ। ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਤੂੰ ਆਪਣੇ ਮਾਂ-ਬਾਪ ਨੂੰ ਮੇਰੇ ਘਰ ਭੇਜ। ਇਹ ਗੱਲ ਮੈਂ ਆਪਣੀ ਮਾਂ ਨੂੰ ਦੱਸੀ ਕਿ ਗੈਰੀ ਇੱਕ ਕੰਪਨੀ ਵਿੱਚ ਸੌਫਟਵੇਅਰ ਇੰਜੀਨੀਅਰ ਹੈ। ਉਹ ਮੈਨੂੰ ਪਸੰਦ ਕਰਦਾ ਹੈ ਤਾਂ ਮਾਂ ਬਹੁਤ ਖੁਸ਼ ਹੋਈ। ਮੈਂ ਫ਼ੋਨ 'ਤੇ ਹੀ ਗੈਰੀ ਤੋਂ ਘਰ ਦਾ ਐਡਰੈਸ ਪਤਾ ਕਰ ਲਿਆ। ਮੇਰੀ ਮਾਂ ਤੇ ਭਰਾ ਗੈਰੀ ਦੇ ਘਰ ਚਲੇ ਗਏ, ਕਿਉਂਕਿ ਉਹਨਾਂ ਨੂੰ ਤਾਂ ਜਲਦੀ ਸੀ ਮੇਰੇ ਵਿਆਹ ਦੀ। ਪਰ ਮਾਂ ਜਦੋਂ ਗੈਰੀ ਦੇ ਘਰ ਤੋਂ ਆਈ ਤਾਂ ਬਹੁਤ ਉਦਾਸ ਸੀ। ਜਦੋਂ ਮੈਂ ਮਾਂ ਨੂੰ ਪੁੱਛਿਆ ਕਿ ਮਾਂ ਕੀ ਹੋਇਆ, ਤਾਂ ਮਾਂ ਨੇ ਦਬੀ ਆਵਾਜ਼ ਵਿੱਚ ਕਿਹਾ, ਕੁਝ ਨਹੀਂ, ਉਹ ਲੋਕ ਵਿਆਹ ਕਰਨ ਨੂੰ ਤਿਆਰ ਆ ਤੇ ਸਾਦਗੀ ਨਾਲ ਵਿਆਹ ਕਰਨਾ ਚਾਹੁੰਦੇ ਆ। ਇਹ ਸੁਣ ਕੇ ਮੈਂ ਵੀ ਖੁਸ਼ ਹੋ ਗਈ, ਕਿਉਂਕਿ ਮੈਨੂੰ ਤਾਂ ਪਹਿਲਾਂ ਆਪਣੇ ਆਪ ਦਾ ਹੀ ਡਰ ਸੀ। ਕੁਝ ਦਿਨਾਂ ਵਿੱਚ ਹੀ ਮੇਰਾ ਤੇ ਗੈਰੀ ਦਾ ਵਿਆਹ ਹੋ ਗਿਆ।
ਵਿਆਹ ਤੋਂ ਬਾਅਦ ਮੇਰੀ ਭਾਬੀ ਮੇਰੇ ਕਮਰੇ ਵਿੱਚ ਆਈ ਤੇ ਮੈਨੂੰ ਕਹਿਣ ਲੱਗੀ, ਦੇਖ ਜੀਤੀ, ਵਿਆਹ ਦੀ ਪਹਿਲੀ ਰਾਤ ਤੂੰ ਆਪਣੇ ਆਪ ਨੂੰ ਪਸੀਨਾ ਨਾ ਆਉਣ ਦੇਈਂ। ਇੰਨਾ ਮਹਿੰਗਾ ਮੇਕਅਪ ਕੀਤਾ, ਜੇ ਉਤਰ ਗਿਆ ਤਾਂ ਸਭ ਖਰਾਬ ਹੋ ਜਾਊ। ਉਸ ਟਾਈਮ ਮੈਂ ਭਾਬੀ ਦੀਆਂ ਗੱਲਾਂ ਦੀ ਗੌਰ ਨਾ ਕੀਤੀ। ਮੈਂ ਸਹੁਰੇ ਘਰ ਚਲੀ ਗਈ। ਉੱਥੇ ਮੈਂ ਬੈਠੀ ਤਾਂ ਲਾਈਟ ਚਲੇ ਗਈ। ਗਰਮੀ ਬਹੁਤ ਜ਼ਿਆਦਾ ਸੀ। ਮੈਨੂੰ ਭਾਬੀ ਦੀ ਗੱਲ ਯਾਦ ਆ ਗਈ। ਲਾਈਟ ਜਾਂਦੇ ਹੀ ਮੈਂ ਬਾਥਰੂਮ ਵਿੱਚ ਚਲੀ ਗਈ। ਕੁਝ ਦੇਰ ਬਾਅਦ ਲਾਈਟ ਆਈ ਤਾਂ ਮੈਂ ਬਾਥਰੂਮ ਵਿੱਚੋਂ ਨਿਕਲੀ ਤਾਂ ਸਾਹਮਣੇ ਬੈੱਡ 'ਤੇ ਗੈਰੀ ਬੈਠੇ ਹੋਏ ਸੀ। ਅੱਜ ਮੈਂ ਪਹਿਲੀ ਵਾਰ ਗੈਰੀ ਨੂੰ ਸਾਹਮਣੇ ਤੋਂ ਦੇਖਿਆ, ਕਿਉਂਕਿ ਮੈਂ ਖੁਦ ਵੀ ਚਾਹੁੰਦੀ ਸੀ ਕਿ ਮੇਰੇ ਵਿਆਹ ਵਿੱਚ ਜ਼ਿਆਦਾ ਚਾਮ ਧਾਮ ਨਾ ਹੋਵੇ। ਗੈਰੀ ਦੇ ਘਰ ਵਾਲਿਆਂ ਨੇ ਵੀ ਮੈਨੂੰ ਫੋਟੋ 'ਤੇ ਹੀ ਦੇਖਿਆ ਸੀ, ਇਸ ਕਰਕੇ ਮੈਂ ਗੈਰੀ ਨੂੰ ਪਹਿਲੀ ਵਾਰ ਦੇਖਿਆ। ਫੇਸਬੁੱਕ ਅਕਾਊਂਟ 'ਤੇ ਜਿਵੇਂ ਹੀ ਮੈਂ ਗੈਰੀ ਨੂੰ ਦੇਖਿਆ ਸੀ, ਬਿਲਕੁਲ ਉਵੇਂ ਹੀ ਸੀ। ਮੈਂ ਉਸ ਦੀ ਖੂਬਸੂਰਤੀ ਦੇਖ ਕੇ ਥੋੜ੍ਹਾ ਘਬਰਾਈ ਹੋਈ ਸੀ, ਪਰ ਫਿਰ ਵੀ ਮੈਂ ਆਪਣੇ ਆਪ ਨੂੰ ਸੰਭਾਲਦੀ ਹੋਈ ਉਸ ਕੋਲ ਜਾ ਬੈਠੀ। ਉਸਨੇ ਕਿਹਾ, ਤੂੰ ਤਾਂ ਤਸਵੀਰ ਤੋਂ ਵੀ ਜ਼ਿਆਦਾ ਖੂਬਸੂਰਤ ਹੈ। ਮੈਂ ਮਨ ਹੀ ਮਨ ਖੁਸ਼ ਹੋਈ, ਕਿਉਂਕਿ ਮੇਰੀ ਪਹਿਲਾਂ ਕਦੇ ਕਿਸੇ ਨੇ ਇਸ ਤਰ੍ਹਾਂ ਤਾਰੀਫ ਨਹੀਂ ਕੀਤੀ ਸੀ, ਪਰ ਅੰਦਰੋਂ ਡਰੀ ਹੋਈ ਸੀ ਕਿ ਜਦੋਂ ਮੈਂ ਮੂੰਹ ਧੋ ਲਿਆ ਤਾਂ ਮੇਰਾ ਮੇਕਅਪ ਉਤਰ ਜਾਣਾ, ਹੋਰ ਨਾ ਹੋਵੇ ਗੈਰੀ ਦਾ ਪਿਆਰ ਮੇਰੇ ਲਈ ਨਫ਼ਰਤ ਵਿੱਚ ਬਦਲ ਜਾਵੇ। ਇਹ ਸੋਚ ਹੀ ਰਹੀ ਸੀ ਕਿ ਗੈਰੀ ਨੇ ਮੈਨੂੰ ਕਿਹਾ, ਤੂੰ ਮੂੰਹ ਹੱਥ ਧੋ ਕੇ ਹਲਕੇ ਕੱਪੜੇ ਪਹਿਨ ਲਾ, ਐਨੇ ਭਾਰੀ ਕੱਪੜਿਆਂ 'ਚੋਂ ਪਰੇਸ਼ਾਨ ਹੋ ਰਹੀ ਹੋਵੇਂਗੀ। ਗੈਰੀ ਦੀਆਂ ਇਹ ਗੱਲਾਂ ਨੇ ਮੇਰੇ ਅੰਦਰ ਖਲਬਲੀ ਮਚਾ ਦਿੱਤੀ। ਮੈਂ ਸੋਚਿਆ ਹੁਣ ਕੀ ਹੋਊ। ਉਸਦੇ ਬਾਰ-ਬਾਰ ਕਹਿਣ 'ਤੇ ਮੈਂ ਬਾਥਰੂਮ ਵਿੱਚ ਚਲੀ ਗਈ। ਜਦੋਂ ਮੂੰਹ ਹੱਥ ਧੋ ਕੇ ਆਈ ਤਾਂ ਗੈਰੀ ਦੀਆਂ ਗੱਲਾਂ ਨੇ ਤਾਂ ਮੈਨੂੰ ਹੈਰਾਨ ਕਰ ਦਿੱਤਾ। ਉਸਨੇ ਕਿਹਾ, ਤੂੰ ਪਹਿਲਾਂ ਨਾਲੋਂ ਵੀ ਖੂਬਸੂਰਤ ਲੱਗ ਰਹੀ ਏਂ। ਉਸ ਦੀਆਂ ਗੱਲਾਂ ਨੇ ਮੈਨੂੰ ਸੋਚਾਂ ਵਿੱਚ ਪਾ ਦਿੱਤਾ ਕਿ ਇਹ ਕੀ ਹੋ ਗਿਆ। ਉਸਨੇ ਤਾਂ ਇੱਕ ਵਾਰੀ ਵੀ ਮੇਰੀ ਕਾਲੀ ਸੂਰਤ ਦੇ ਬਾਰੇ ਕੁਝ ਨਹੀਂ ਕਿਹਾ। ਮੈਂ ਮਨ ਹੀ ਮਨ ਖੁਸ਼ ਹੋ ਰਹੀ ਸੀ ਕਿ ਭਾਵੇਂ ਮੇਰਾ ਵਿਆਹ ਲੇਟ ਹੋਇਆ, ਪਰ ਬਹੁਤ ਹੀ ਵਧੀਆ ਇਨਸਾਨ ਨਾਲ ਹੋਇਆ। ਮੈਂ ਇਹ ਸੋਚ ਹੀ ਰਹੀ ਸੀ ਕਿ ਗੈਰੀ ਦਰਵਾਜ਼ਾ ਖੋਲ੍ਹਣ ਲਈ ਖੜ੍ਹੇ ਹੋਏ ਤਾਂ ਮੈਂ ਦੇਖਿਆ ਕਿ ਉਹ ਇੱਕ ਸਟੈਂਡ ਦੇ ਸਹਾਰੇ ਚੱਲ ਰਹੇ ਸੀ। ਉਸ ਦੀ ਇੱਕ ਲੱਤ ਹੀ ਨਹੀਂ ਸੀ। ਇਹ ਦੇਖ ਕੇ ਮੈਂ ਹੈਰਾਨ ਹੋ ਗਈ, ਕਿਉਂਕਿ ਮੈਂ ਵਿਆਹ ਵੀ ਪਰਦੇ ਵਿੱਚ ਹੀ ਕੀਤਾ ਸੀ। ਉਸ ਟਾਈਮ ਵੀ ਮੈਂ ਗੈਰੀ ਨੂੰ ਨਹੀਂ ਦੇਖਿਆ। ਹੁਣ ਮੈਨੂੰ ਮੇਰੀ ਮਾਂ ਦੀ ਚੁੱਪ ਯਾਦ ਆ ਰਹੀ ਸੀ। ਜਦੋਂ ਮੇਰੀ ਮਾਂ ਗੈਰੀ ਨੂੰ ਦੇਖਣ ਗੈਰੀ ਦੇ ਘਰੋਂ ਆਈ ਤਾਂ ਐਨੀ ਚੁੱਪ ਕਿਉਂ ਸੀ? ਮੇਰੇ ਘਰਦਿਆਂ ਨੂੰ ਪਤਾ ਸੀ ਕਿ ਗੈਰੀ ਦੀ ਇੱਕ ਲੱਤ ਨਹੀਂ ਆ ਮੇਰੇ ਸਿਵਾਏ। ਉਹਨਾਂ ਨੂੰ ਤਾਂ ਇਹ ਸੀ ਕਿ ਕਿਵੇਂ ਨਾ ਕਿਵੇਂ ਕਰਕੇ ਮੇਰਾ ਵਿਆਹ ਹੋ ਜਾਵੇ ਤੇ ਮੈਂ ਇਸ ਘਰ ਵਿੱਚੋਂ ਚਲੀ ਜਾਵਾਂ। ਮੈਂ ਇਹ ਸੋਚ ਕੇ ਰੋਣ ਲੱਗ ਪਈ। ਮੈਨੂੰ ਰੋਂਦੀ ਨੂੰ ਦੇਖ ਕੇ ਗੈਰੀ ਮੇਰੇ ਕੋਲ ਆਏ ਕਿ ਤੇਰੇ ਘਰ ਵਾਲਿਆਂ ਨੇ ਤੈਨੂੰ ਦੱਸਿਆ ਨਹੀਂ? ਮੈਂ ਉਹਨਾਂ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਸੀ ਕਿ ਮੈਂ ਇੱਕ ਅਪਾਹਜ ਹਾਂ। ਸ਼ਾਇਦ ਉਹ ਮੇਰੇ ਰੋਣ ਦਾ ਕਾਰਨ ਜਾਣ ਗਏ ਸੀ। ਮੈਂ ਸ਼ਿਕਾਇਤ ਭਰੇ ਅੰਦਾਜ਼ ਨਾਲ ਉਹਨਾਂ ਨੂੰ ਕਿਹਾ ਕਿ ਇਹ ਗੱਲ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ? ਗੈਰੀ ਨੇ ਕਿਹਾ, ਜੀਤੀ, ਆਪਣਾ ਵਿਆਹ ਇੱਕ ਦੂਜੇ ਦੀ ਪਸੰਦ ਨਾਲ ਹੋਇਆ। ਆਪਾਂ ਇੱਕ ਦੂਜੇ ਨੂੰ ਰੰਗ ਰੂਪ ਜਾਂ ਸਰੀਰ ਦੀ ਬਣਾਵਟ ਦੇਖ ਕੇ ਪਸੰਦ ਨਹੀਂ ਕੀਤਾ। ਮੈਨੂੰ ਵੀ ਇਹ ਗੱਲ ਅੱਜ ਹੀ ਪਤਾ ਲੱਗੀ ਕਿ ਤੇਰਾ ਰੰਗ ਕਾਲਾ ਹੈ। ਮੈਂ ਤਾਂ ਤੈਨੂੰ ਕੋਈ ਸ਼ਿਕਾਇਤ ਨਹੀਂ ਕੀਤੀ। ਇਹ ਸੁਣ ਕੇ ਮੈਂ ਵੀ ਹੋਸ਼ ਵਿੱਚ ਆ ਗਈ ਕਿ ਹਾਂ, ਗੈਰੀ ਨੇ ਮੈਨੂੰ ਸੱਚਾ ਪਿਆਰ ਕੀਤਾ ਹੈ, ਤਾਂ ਹੀ ਉਸ ਨੂੰ ਮੇਰੇ ਵਿੱਚ ਕੋਈ ਕਮੀ ਮਹਿਸੂਸ ਨਹੀਂ ਹੋ ਰਹੀ। ਤੇ ਇੱਕ ਮੈਂ ਸੀ ਕਿ ਇਹ ਦੇਖ ਕੇ ਹੀ ਪਰੇਸ਼ਾਨ ਹੋ ਗਈ। ਮੈਂ ਗੈਰੀ ਤੋਂ ਮਾफ़ੀ ਮੰਗੀ ਤੇ ਖੁਸ਼ੀ-ਖੁਸ਼ੀ ਆਪਣਾ ਜੀਵਨ ਸ਼ੁਰੂ ਕੀਤਾ।